ਹੁਣ ਨੈਕਸਟ ਆਪਾਂ ਦੇਖਾਂਗੇ ਵਰਕ ਪਲੇਸ ਇਵੈਕੂਏਸ਼ਨ ਕੀ ਹੁੰਦਾ ਹੈਗਾ। ਆਪਾਂ ਪਿਛਲੇ ਸੈਸ਼ਨ ਵਿੱਚ ਪੜ੍ਹਿਆ ਸੀਗਾ ਇਵੈਕੂਏਸ਼ਨ ਕੀ ਹੁੰਦਾ ਹੈਗਾ। ਇਵੈਕੂਏਸ਼ਨ ਦਾ ਮਤਲਬ ਹੁੰਦਾ ਹੈਗਾ ਇੱਕ ਪਲੇਸ ਨੂੰ ਖਾਲੀ ਕਰਾਉਣਾ, ਠੀਕ ਹੈ। ਇਨ ਕੇਸ ਆਫ ਐਮਰਜੈਂਸੀ ਦੇਰ ਸ਼ੁੱਡ ਬੀ ਪ੍ਰੋਵੀਜ਼ਨ ਫॉर ਇਵੈਕੂਏਸ਼ਨ। ਇਮਰਜੈਂਸੀ ਜੇ ਕੋਈ ਆ ਜਾਂਦੀ ਹੈਗੀ ਹੈ ਤਾਂ ਆਪਣੇ ਕੋਲ ਐਸਾ ਪ੍ਰੋਵੀਜ਼ਨ ਹੋਣਾ ਚਾਹੀਦਾ ਹੈਗਾ ਤਾਂ ਕਿ ਆਪਾਂ ਉਸ ਜਗ੍ਹਾ ਨੂੰ ਇਵੈਕੂਏਟ ਖਾਲੀ ਕਰਾ ਸਕੀਏ। ਇਵੈਕੂਏਸ਼ਨ ਇਜ਼ ਦ ਪ੍ਰੋਸੈਸ ਆਫ ਐਮਪਟਿੰਗ ਅ ਸਪੇਸ ਐਂਡ ਪਲੇਸ ਆਫ ਐਨ ਐਮਰਜੈਂਸੀ ਔਰ ਡਿਜ਼ਾਸਟਰ। ਇਵੈਕੂਏਸ਼ਨ ਹੁੰਦਾ ਕੀ ਹੈਗਾ, ਇੱਕ ਪ੍ਰੋਸੈਸ ਜਿਹਦੇ ਨਾਲ ਕਿ ਕਿਸੇ ਇਮਰਜੈਂਸੀ ਜਾਂ ਡਿਜ਼ਾਸਟਰ ਦੀ ਸਿਚੁਏਸ਼ਨ ਦੇ ਵਿੱਚ ਆਪਾਂ ਇੱਕ ਜਗ੍ਹਾ ਨੂੰ ਖਾਲੀ ਕਰਵਾ ਸਕੀਏ। ਐਵਰੀ ਕੰਪਨੀ ਮਸਟ ਇਨਸ਼ੋਰ ਫੋਲੋਇੰਗ ਪੁਆਇੰਟਸ ਫॉर ਇਵੈਕੂਏਸ਼ਨ ਇਨ ਕੇਸ ਆਫ ਐਨੀ ਇਮਰਜੈਂਸੀ। ਹਰੇਕ ਕੰਪਨੀ ਨੇ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਬਿਲੋ ਪੁਆਇੰਟਸ ਨੂੰ ਫੋਲੋ ਕਰਕੇ ਇਵੈਕੂਏਸ਼ਨ ਕਰਾਉਣੀ ਉਹਨਾਂ ਨੂੰ ਚਾਹੀਦੀ ਹੈਗੀ ਹੈ। ਹੁਣ ਆਪਾਂ ਇਹ ਪੁਆਇੰਟਸ ਦੇਖਾਂਗੇ ਕੀ ਕੀ ਹੈਗੇ ਨੇ। ਪਹਿਲਾਂ ਤੁਹਾਡੇ ਕੋਲ ਹੈਗਾ ਕਿ ਹਰੇਕ ਕੰਪਨੀ ਦੇ ਕੋਲ ਇੱਕ ਇਵੈਕੂਏਸ਼ਨ ਪੋਲਿਸੀ ਹੋਣੀ ਚਾਹੀਦੀ ਹੈ, ਠੀਕ ਹੈ। ਹਰੇਕ ਕੰਪਨੀ ਦੀ ਕੀ ਹੋਣੀ ਚਾਹੀਦੀ, ਇੱਕ ਇਵੈਕੂਏਸ਼ਨ ਪੋਲਿਸੀ। ਇਹਦਾ ਕੀ ਮਤਲਬ ਹੁੰਦਾ ਹੈਗਾ ਕਿ ਇਹ ਪੋਲਿਸੀ ਨੂੰ ਫੋਲੋ ਕਰਕੇ ਆਪਾਂ ਜਦ ਕੋਈ ਇਮਰਜੈਂਸੀ ਆ ਜਾਂਦੀ ਹੈ ਤਾਂ ਆਪਾਂ ਆਪਣੀ ਬਿਲਡਿੰਗ ਨੂੰ ਇਵੈਕੂਏਟ ਖਾਲੀ ਕਰਵਾਉਣਾ ਹੈਗਾ। ਐਵਰੀ ਆਰਗੇਨਾਈਜੇਸ਼ਨ ਮਸਟ ਹੈਵ ਐਨ ਇਵੈਕੂਏਸ਼ਨ ਪੋਲਿਸੀ। ਹਰੇਕ ਆਰਗੇਨਾਈਜੇਸ਼ਨ ਦੇ ਕੋਲ ਇੱਕ ਇਵੈਕੂਏਸ਼ਨ ਖਾਲੀ ਕਰਾਉਣ ਦੀ ਪੋਲਿਸੀ ਹੋਣੀ ਚਾਹੀਦੀ ਹੈ। All the team leaders are responsible for informing about the policy to their employees about it। ਹਰੇਕ ਟੀਮ ਲੀਡਰ, ਹਰੇਕ ਟੀਮ ਦਾ ਇੱਕ ਲੀਡਰ ਹੁੰਦਾ ਹੈ, ਇਹ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਪੋਲਿਸੀ ਇਵੈਕੂਏਸ਼ਨ ਪੋਲਿਸੀ ਬਾਰੇ ਆਪਣੇ ਸਾਰੇ EMPLOYEES ਨੂੰ ਦੱਸੇ। Proper attention must be paid when the team leader is informing you about this details। Negligence at this time may cause life। ਤਾਂ ਇਹ ਕੀ ਕਹਿ ਰਿਹਾ, ਜਦ ਵੀ ਤੁਹਾਡਾ ਟੀਮ ਲੀਡਰ ਤੁਹਾਨੂੰ ਇਵੈਕੂਏਸ਼ਨ ਪੋਲਿਸੀ ਬਾਰੇ ਦੱਸਦਾ ਹੈਗਾ ਤਾਂ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਨਾ ਹੈਗਾ। ਜੇ ਤੁਸੀਂ ਨੈਗਲੀਜੈਂਸ ਕਰੋਗੇ, ਤੁਸੀਂ ਧਿਆਨ ਨਹੀਂ ਦਿਓਗੇ ਤਾਂ ਇਹਦੇ ਨਾਲ ਤੁਹਾਡੀ ਜਾਨ ਦਾ ਖਤਰਾ ਵੀ ਹੋ ਸਕਦਾ। ਜਾਨ ਦਾ ਖਤਰਾ ਕਿਵੇਂ ਹੋਊਗਾ ਕਿ ਬਈ ਜਦ ਸਪੋਜ਼ ਕੋਈ ਇਮਰਜੈਂਸੀ ਆ ਗਈ, ਤੁਹਾਨੂੰ ਹੁਣ ਉਹ ਪੋਲਿਸੀ ਬਾਰੇ ਪਤਾ ਹੀ ਨਹੀਂ ਹੈਗਾ, ਬਾਕੀ ਸਾਰਿਆਂ ਨੂੰ ਪਤਾ ਹੈਗਾ, ਉਹ ਰੂਟ ਫੋਲੋ ਕਰਕੇ ਚਲੇ ਜਾਣਗੇ, ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੂਗਾ ਅਤੇ ਤੁਸੀਂ ਅਗਰ ਬਿਲਡਿੰਗ 'ਤੇ ਅੱਗ ਲੱਗੀ ਤੁਸੀਂ ਅੰਦਰ ਹੀ ਰਹਿ ਜਾਓਗੇ ਅਤੇ ਤੁਹਾਡੀ ਜਾਨ ਵੀ ਜਾ ਸਕਦੀ ਹੈ, ਠੀਕ ਹੈ। ਪਹਿਲਾ ਪੁਆਇੰਟ ਕੀ ਹੈਗਾ, ਇਵੈਕੂਏਸ਼ਨ ਪੋਲਿਸੀ। ਹਰੇਕ ਆਰਗੇਨਾਈਜੇਸ਼ਨ ਕੋਲ ਇੱਕ ਇਵੈਕੂਏਸ਼ਨ ਪੋਲਿਸੀ ਹੋਣੀ ਚਾਹੀਦੀ ਹੈ। ਟੀਮ ਲੀਡਰਸ ਦੀ ਜ਼ਿੰਮੇਵਾਰੀ ਹੈਗੀ ਹੈ ਕਿ ਉਹ ਹਰੇਕ EMPLOYEES ਨੂੰ ਇਸ ਇਵੈਕੂਏਸ਼ਨ ਪੋਲਿਸੀ ਬਾਰੇ ਦੱਸਣ ਅਤੇ EMPLOYEES ਦੀ ਆਹ ਜ਼ਿੰਮੇਵਾਰੀ ਹੈਗੀ ਹੈ ਕਿ ਉਹ ਇਹ ਡਿਟੇਲਸ ਨੂੰ ਅਟੈਂਸ਼ਨ ਦੇ ਕੇ ਸੁਣਨ। ਜੇ ਉਹ ਨੈਗਲੀਜੈਂਸ ਧਿਆਨ ਨਹੀਂ ਦੇਣਗੇ ਤਾਂ ਇਹਦੇ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। Organization must have a designated assembly point for emergency। Ensure that every employee or worker must know where it is। ਠੀਕ ਹੈ। ਹਰੇਕ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਕੀ ਕਰਾਂਗੇ, ਇੱਕ ਅਸੈਂਬਲੀ ਪੁਆਇੰਟ ਇਮਰਜੈਂਸੀ ਦੇ ਲਈ ਰੱਖਣਾ ਹੈਗਾ। ਇਹਦਾ ਕੀ ਮਤਲਬ ਹੁੰਦਾ ਹੈਗਾ ਕਿ ਬਈ ਜਦ ਵੀ ਕੋਈ ਸਪੋਜ਼ ਕਿਸੇ ਬਿਲਡਿੰਗ ਦੇ ਵਿੱਚ ਅੱਗ ਲੱਗੀ ਤਾਂ ਹਰੇਕ EMPLOYEE ਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਉਹਨਾਂ ਨੇ ਬਿਲਡਿੰਗ ਤੋਂ ਨਿਕਲ ਕੇ ਕਿਹੜੇ ਪੁਆਇੰਟ 'ਤੇ ਇਕੱਠਾ ਹੋਣਾ ਹੈਗਾ, ਠੀਕ ਹੈ, ਤਾਂ ਕਿ ਹੁਣ ਫਿਰ ਅੱਗੇ ਆਪਾਂ ਐਕਸ਼ਨ ਲੈ ਕੇ ਕੀ ਕਰਨਾ ਹੈਗਾ। ਬਿਲਡਿੰਗ ਵਿੱਚ ਅੱਗ ਲੱਗੀ, ਹੁਣ ਬਿਲਡਿੰਗ 'ਤੇ ਜਦ ਅੱਗ ਲੱਗੀ ਆਪਾਂ ਕਿਹੜੇ ਰੂਟ ਨੂੰ ਫੋਲੋ ਕਰਕੇ ਕਿਹੜੀ ਜਗ੍ਹਾ ਇਕੱਠਾ ਸਾਰਿਆਂ ਨੇ ਹੋਣਾ, ਉਹ ਪੁਆਇੰਟ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। Organization must have a designated assembly point for emergency। Ensure that every employee know about it। ਤੀਸਰਾ ਪੁਆਇੰਟ ਹੈਗਾ ਬਡੀ ਸਿਸਟਮ, ਠੀਕ ਹੈ। ਬਡੀ ਸਿਸਟਮ ਜਿਹੜਾ ਹੈਗਾ ਇਹ ਉਹਨਾਂ ਲੋਕਾਂ ਲਈ ਬਣਾਇਆ ਗਿਆ ਹੈਗਾ ਜੋ ਕਿ ਜਿਨ੍ਹਾਂ ਨੂੰ ਕੋਈ ਫਿਜ਼ੀਕਲ ਪ੍ਰੋਬਲਮ ਹੁੰਦੀ ਹੈ, ਜਿਨ੍ਹਾਂ ਕੋਈ ਡਿਸੇਬਿਲਿਟੀ ਹੁੰਦੀ ਹੈਗੀ ਹੈ। A body system for individual with special needs or disabilities must be designated। ਹਰੇਕ ਆਰਗੇਨਾਈਜੇਸ਼ਨ ਦੀ ਜ਼ਿੰਮੇਵਾਰੀ ਹੈਗੀ ਹੈ ਕਿ ਜਿਹੜੇ ਲੋਕ ਡਿਸੇਬਲ ਹੈਗੇ ਨੇ ਜਾਂ ਸਪੈਸ਼ਲ ਨੀਡ ਦੇ ਪੀਪਲ ਹੈਗੇ ਨੇ ਉਹਨਾਂ ਦੇ ਲਈ ਇੱਕ ਬਡੀ ਸਿਸਟਮ ਬਣਾਉਣਾ ਹੈਗਾ। ਬਡੀ ਸਿਸਟਮ ਦਾ ਮੇਨ ਰੋਲ ਕੀ ਹੁੰਦਾ ਹੈਗਾ ਕਿ ਬਈ ਜੇ ਕੋਈ ਇਮਰਜੈਂਸੀ ਆ ਗਈ, ਠੀਕ ਹੈ, ਤੁਹਾਨੂੰ ਗਰੁੱਪਸ ਬਣਾ ਦਿੱਤੇ ਜਾਣਗੇ ਕਿ ਬਈ ਆਹ ਡਿਸੇਬਲਡ ਪਰਸਨ ਹੈਗਾ, ਤੁਸੀਂ ਇਹਦੇ ਬਡੀ ਹੋ, ਤੁਸੀਂ ਇਹਦੇ ਬਡੀ ਹੋ। ਇਹਦਾ ਕੀ ਮਤਲਬ ਹੈਗਾ ਕਿ ਜਦ ਇਮਰਜੈਂਸੀ ਹੋ ਜਾਊਗੀ ਤੁਸੀਂ ਆਪਣੇ ਆਪ ਨੂੰ ਤਾਂ ਬਚਾਉਣਾ ਹੈਗਾ, ਪਲੱਸ ਉਸ ਬੰਦੇ ਨੂੰ ਵੀ ਬਚਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੀ ਹੈਗੀ ਹੈ ਅਤੇ ਉਹਨੂੰ ਉਸ ਅਸੈਂਬਲੀ ਪੁਆਇੰਟ 'ਤੇ ਲੈ ਕੇ ਜਾਣਾ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ। A body system for individuals with special needs or disabilities must be designated। This system ensures that differently abled are assisted and guided out of the premises। If you are buddy to someone, ensure that your buddy is safe at the assembly point with you। ਇਹ ਤੁਹਾਨੂੰ ਕੀ ਕਹਿ ਰਿਹਾ ਹੈਗਾ, ਬਡੀ ਸਿਸਟਮ ਦੇ ਵਿੱਚ ਕੀ ਹੈਗਾ ਕਿ ਤੁਸੀਂ ਕੀ ਕਰਨਾ ਹੈਗਾ, ਤੁਹਾਨੂੰ ਕਿਸੇ ਵੀ ਡਿਸੇਬਲ ਪਰਸਨ ਦਾ ਬਡੀ ਬਣਾ ਦਿੱਤਾ ਜਾਊਗਾ। ਜੇ ਤੁਸੀਂ ਕਿਸੇ ਦੇ ਬਡੀ ਬਣਾਏਗੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੈਗੀ ਕਿ ਤੁਸੀਂ ਆਪਣੇ ਬਡੀ ਨੂੰ ਵੀ ਉਸ ਅਸੈਂਬਲੀ ਪੁਆਇੰਟ ਤੱਕ ਲੈ ਕੇ ਜਾਣਾ ਹੈਗਾ।
फ्लोर प्लान्स विद इवैक्यूएशन रूट्स इन वर्क एरिया, ठीक है। एंश्योर दैट यू अंडरस्टैंड दिस सो यू कैन यूज़ इट इन टाइम ऑफ नीड, ठीक है। हर एक फ्लोर ਦੇ ਵਿੱਚ मतलब इवैक्यूएशन रूट ਦਾ ਕੀ मतलब ਹੈਗਾ, ਜੇ ਬਿਲਡਿੰਗ ਵਿੱਚ ਅੱਗ ਲੱਗੀ ਤਾਂ ਤੁਹਾਨੂੰ ਇੱਕ ਸ਼ਾਰਟਕਟ ਦਾ ਰਸਤਾ ਦੇ ਬਾਰੇ ਦੱਸਿਆ ਜਾਊਗਾ, ਠੀਕ ਹੈ। ਤੁਸੀਂ ਇਵੈਕੂਏਸ਼ਨ ਦੇ ਟਾਈਮ ਤੁਸੀਂ ਆਹੀ ਰੂਟ ਫੋਲੋ ਕਰਨੀ ਹੈਗੀ ਹੈ, ਠੀਕ ਹੈ। ਫਲੋਰ ਪਲਾਨਸ ਵਿਦ ਇਵੈਕੂਏਸ਼ਨ ਰੂਟ ਇਨ ਵਰਕ ਏਰੀਆ, ਠੀਕ ਹੈ। ਤੁਹਾਡੇ ਕੋਲ ਪਲਾਨ ਹੋਣੇ ਚਾਹੀਦੇ ਨੇ ਤੇ ਇਵੈਕੂਏਸ਼ਨ ਰੂਟ ਹਰੇਕ ਫਲੋਰ ਪਲਾਨ 'ਤੇ ਲਿਖੀ ਹੋਊਗੀ ਕਿ ਇਵੈਕੂਏਸ਼ਨ ਰੂਟ ਕਿਹੜੀਆਂ ਨੇ। ਤੁਸੀਂ ਤੁਹਾਡੀ ਜ਼ਿੰਮੇਵਾਰੀ ਹੈਗੀ ਕਿ ਤੁਸੀਂ ਆ ਸਮਝ ਲਓ ਤੇ ਇਹਨੂੰ ਜੇ ਲੋੜ ਪੈਂਦੀ ਹੈ, ਜੇ ਕੋਈ ਐਮਰਜੈਂਸੀ ਆ ਗਈ ਹੈ ਤਾਂ ਤੁਸੀਂ ਇਹਨੂੰ ਯੂਜ਼ ਕਰਕੇ ਹੀ ਬਾਹਰ ਨਿਕਲੋ। ਅਸੈਂਬਲੀ ਏਰੀਆ ਵੇਅਰ ਯੂ ਆਰ ਰਿਕੁਆਇਰਡ ਟੂ ਅਸੈਂਬਲ ਆਫਟਰ ਇਵੈਕੂਏਸ਼ਨ ਮਸਟ ਬੀ ਪ੍ਰੋਪਰਲੀ ਟੇਕਨ ਕੇਅਰ ਆਫ। ਹੁਣ ਜਿਸ ਪੁਆਇੰਟ ਨੂੰ ਤੁਸੀਂ ਅਸੈਂਬਲੀ ਪੁਆਇੰਟ ਬਣਾਇਆ ਹੈਗਾ, ਅਸੈਂਬਲੀ ਪੁਆਇੰਟ ਕੀ ਹੁੰਦਾ ਹੈਗਾ, ਉਹ ਏਰੀਆ ਜਿੱਥੇ ਕਿ ਤੁਸੀਂ ਇਵੈਕੂਏਸ਼ਨ ਤੋਂ ਬਾਅਦ ਆ ਕੇ ਅਸੈਂਬਲ ਹੋਣਾ ਹੈਗਾ, ਉਹਦੀ ਤੁਸੀਂ ਪ੍ਰੋਪਰ ਧਿਆਨ ਰੱਖਣਾ ਹੈਗਾ, ਠੀਕ ਹੈ। Periodic evacuation drills should be conducted. Ensure that you pay attention during these drills. You need to save your life and you can be helpful in saving someone else's life too. ਹੁਣ ਇਵੈਕੂਏਸ਼ਨ ਡਰਿਲਸ ਦਾ ਕੀ ਮਤਲਬ ਹੁੰਦਾ ਹੈਗਾ ਕਿ ਬਈ ਤੁਸੀਂ ਇੱਕ ਆਰਗੇਨਾਈਜੇਸ਼ਨ ਹੈਗਾ, ਠੀਕ ਹੈ। ਹੁਣ ਆਪਾਂ ਕੀ ਕਰਾਂਗੇ, ਝੂਠਾ ਹੀ ਇੱਕ ਅਲਾਰਮ ਵਜਾ ਦੇਵਾਂਗੇ ਕਿ ਅੱਗ ਲੱਗੀ ਹੈ। ਉਹਦਾ ਆਪਣਾ ਮੇਨ ਮੋਟੋ ਕੀ ਹੁੰਦਾ ਹੈਗਾ ਕਿ ਆਪਾਂ ਦੇਖਣਾ ਹੈਗਾ ਕਿ ਜਿਹੜੇ ਆਪਾਂ ਇੰਪਲੋਈਜ਼ ਨੂੰ ਪੋਲਿਸੀ ਦੱਸੀ ਹੈ ਕਿ ਬਈ ਜੇ ਅੱਗ ਲੱਗ ਜਾਊਗੀ ਤਾਂ ਉਹਨਾਂ ਨੇ ਆਹੀ ਰੂਟ ਫੋਲੋ ਕਰਕੇ ਇਸ ਅਸੈਂਬਲੀ ਪੁਆਇੰਟ 'ਤੇ ਜਾਣਾ ਹੈਗਾ, ਕਿ ਉਹਨਾਂ ਨੇ ਇਹ ਗੱਲ ਸਮਝੀ ਹੈਗੀ ਹੈ। ਤਾਂ ਇਹਦੇ ਲਈ ਆਪਾਂ ਕੀ ਕਰਦੇ ਨੇ, ਡਰਿਲਸ ਆਰਗੇਨਾਈਜ਼ ਕਰਦੇ ਨੇ, ਕੰਡਕਟ ਕਰਦੇ ਨੇ। ਡਰਿਲਸ ਦਾ ਮੇਨ ਮਕਸਦ ਕੀ ਹੁੰਦਾ ਹੈਗਾ ਕਿ ਆਪਾਂ ਇਨਸ਼ੋਰ ਕਰ ਸਕੀਏ ਕਿ ਸਾਰੇ ਇੰਪਲੋਈਜ਼ ਨੂੰ ਜਿਹੜੇ ਰੂਟਸ ਹੈਗੇ ਨੇ ਇਵੈਕੂਏਸ਼ਨ ਰੂਟ ਦੇ ਬਾਰੇ ਪਤਾ ਹੈਗਾ ਅਤੇ ਉਹ ਉਸ ਰੂਟ ਨੂੰ ਫੋਲੋ ਕਰਕੇ ਹੀ ਅਸੈਂਬਲੀ ਪੁਆਇੰਟ 'ਤੇ ਜਾਂਦੇ ਨੇ। ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਡਰਿਲ ਪ੍ਰੋਸੈਸ ਦੇ ਦੌਰਾਨ ਤੁਸੀਂ ਪ੍ਰੋਪਰ ਅਟੈਂਸ਼ਨ ਦਿਓ। ਇਹਦੇ ਨਾਲ ਤੁਸੀਂ ਆਪਣੀ ਲਾਈਫ ਵੀ ਸੇਵ ਕਰ ਸਕਦੇ ਹੋ ਅਤੇ ਦੂਸਰਿਆਂ ਦੀ ਵੀ ਸੇਵ ਕਰ ਸਕਦੇ ਹੋ। ਇਹ ਤੁਹਾਡਾ ਇਵੈਕੂਏਸ਼ਨ ਪ੍ਰੋਸੀਜਰ ਖਤਮ ਹੋ ਗਿਆ। ਨੈਕਸਟ ਹੈਗਾ ਹੈਲਦੀ ਲਿਵਿੰਗ, ਠੀਕ ਹੈ। ਇੱਕ ਪੋਪੂਲਰ ਸੇਇੰਗ ਕੀ ਹੈਗੀ ਆ, ਹੈਲਦੀ ਬੋਡੀ ਐਜ਼ ਅ ਹੈਲਦੀ ਮਾਈਂਡ। ਜੇ ਤੁਹਾਡੀ ਬੋਡੀ ਹੈਲਦੀ ਹੈਗੀ ਹੈ ਤਾਂ ਤੁਹਾਡਾ ਦਿਮਾਗ ਵੀ ਹੈਲਦੀ ਹੋਊਗਾ, ਠੀਕ ਹੈ। ਹੈਲਦੀ ਲਾਈਫ ਸਟਾਈਲ, ਅਗਰ ਤੁਹਾਡਾ ਲਾਈਫ ਸਟਾਈਲ ਜਿਹੜਾ ਹੈਗਾ ਰਹਿਣ ਦਾ ਤਰੀਕਾ ਹੈਲਦੀ ਹੈਗਾ ਤਾਂ ਓਬਵੀਅਸਲੀ ਤੁਸੀਂ ਇੱਕ ਹੈਲਦੀ ਹਿਊਮਨ ਬੀਇੰਗ ਰਹੋਗੇ। A healthy living has a lasting impact on an individual, which ultimately yields a healthy environment at home as well as workplace. A happy and healthy worker will always perform best to his ability. ਜੇ ਇੱਕ ਬੰਦਾ ਹੈਲਦੀ ਹੈਗਾ, ਠੀਕ ਹੈ, ਤਾਂ ਉਹਦਾ ਜਿਹੜਾ ਇੰਪੈਕਟ ਹੈਗਾ ਉਹ ਬਹੁਤ ਜ਼ਿਆਦਾ ਹੁੰਦਾ ਹੈ, ਠੀਕ ਹੈ। ਉਹ ਜਿਹੜਾ ਬੰਦਾ ਹੈਗਾ ਉਹ ਕੰਮ ਦੀ ਜਗ੍ਹਾ 'ਤੇ ਵੀ ਵਧੀਆ ਕੰਮ ਕਰੂਗਾ, ਉਹ ਹਮੇਸ਼ਾ ਖੁਸ਼ ਰਹੂਗਾ ਅਤੇ ਹਮੇਸ਼ਾ ਉਹ ਕੀ ਕਰੂਗਾ, ਆਪਣੀ ਐਬਿਲਿਟੀ ਤੋਂ ਵੀ ਵੱਧ ਕੇ ਪਰਫੋਰਮੈਂਸ ਦਊਗਾ, ਠੀਕ ਹੈ। ਜੇ ਤੁਸੀਂ ਤੰਦਰੁਸਤ ਹੋ ਅਤੇ ਤੁਸੀਂ ਵਧੀਆ ਕੰਮ ਕਰੋਗੇ, ਠੀਕ ਹੈ। ਜੇ ਤੁਸੀਂ ਤੰਦਰੁਸਤ ਹੀ ਨਹੀਂ ਹੋ ਤਾਂ ਤੁਸੀਂ ਡਿਪਰੈਸਡ ਰਹੋਗੇ ਅਤੇ ਨਾ ਹੀ ਤੁਸੀਂ ਕੰਮ ਕਰ ਸਕੋਗੇ। ਜੇ ਤੁਸੀਂ ਹੈਲਦੀ ਹੋ, ਤੁਸੀਂ ਖੁਸ਼ ਰਹੋਗੇ ਅਤੇ ਤੁਸੀਂ ਵਧੀਆ ਕੰਮ ਕਰੋਗੇ। ਹੈਲਦੀ ਲਾਈਫ ਸਟਾਈਲ ਲੀਡਸ ਟੂ ਹੈਲਦੀ ਬੀਇੰਗ। ਹੈਲਦੀ ਲਿੰਗ will ultimately yield a healthy environment at home, workplace, ਤੇ a happy and healthy worker will always perform best to his ability. ਹੈਲਦੀ ਲਾਈਫ ਸਟਾਈਲ ਜੇ ਤੁਸੀਂ ਫੋਲੋ ਕਰੋਗੇ ਤਾਂ ਇਹਦੇ ਨਾਲ ਤੁਸੀਂ ਕੀ ਕਰੋਗੇ, ਆਪਣੀ ਹੈਲਥ ਇੰਪਰੂਵ ਕਰ ਸਕਦੇ ਹੋ। ਹੈਲਦੀ ਲਾਈਫ ਸਟਾਈਲ ਤੁਸੀਂ ਹੈਲਦੀ ਲਾਈਫ ਸਟਾਈਲ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ ਕਿ ਤੁਹਾਡੀ ਖਾਣ ਦੀ ਹੈਬਿਟਸ ਵਧੀਆ ਹੋਣ, ਤੁਸੀਂ ਫਿਜ਼ੀਕਲ ਐਕਟੀਵਿਟੀ ਕਰੋ, ਸਟ੍ਰੈਸ ਮੈਨੇਜਮੈਂਟ, ਠੀਕ ਹੈ, ਜ਼ਿਆਦਾ ਸਟ੍ਰੈਸ ਨਾ ਲਓ, ਤੁਹਾਡਾ ਮਾਈਂਡ ਹੈਲਦੀ ਹੋਵੇ, ਤੁਸੀਂ ਪ੍ਰੋਪਰ ਸਲੀਪ ਲਓ, ਤੁਸੀਂ ਆਪਣੇ ਗੋਲ ਸੈੱਟ ਕਰੇ ਹੋਏ ਕਿ ਬਈ ਮੈਂ ਆਹੀ ਕੰਮ ਕਰਨਾ ਹੈਗਾ, ਤੁਸੀਂ ਕਨਫਿਊਜ਼ਡ ਨਾ ਰਹੋ। ਤਾਂ ਹੈਲਦੀ ਲਾਈਫ ਸਟਾਈਲ ਦੇ ਵਿੱਚ ਆਹ ਸਾਰੀ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਹੈਲਦੀ ਲਾਈਫ ਸਟਾਈਲ ਟੇਕਸ ਨੀਡ ਪ੍ਰੈਕਟਿਸ, ਕਮਿਟਮੈਂਟ ਐਂਡ ਸਿੰਸੀਅਰ ਐਫਰਟ। ਜੇ ਤੁਸੀਂ ਹੈਲਦੀ ਲਾਈਫ ਸਟਾਈਲ ਚਾਹੁੰਦੇ ਹੋ ਤਾਂ ਇਹਦੇ ਲਈ ਤੁਹਾਨੂੰ ਕਮਿਟਮੈਂਟ ਅਤੇ ਐਫਰਟਸ ਦੀ ਲੋੜ ਪੈਂਦੀ ਹੈ। ਕਿਉਂ? ਕਿਉਂਕਿ ਹੈਲਦੀ ਲਾਈਫ ਸਟਾਈਲ ਦੇ ਵਿੱਚ ਕੀ ਹੈਗਾ ਕਿ ਤੁਸੀਂ ਰੋਜ਼ ਕੋਈ ਫਿਜ਼ੀਕਲ ਐਕਟੀਵਿਟੀ ਕਰਨੀ ਹੈ, ਠੀਕ ਹੈ, ਅਤੇ ਐਕਸਰਸਾਈਜ਼ ਯੋਗਾ ਕਰਨੀ ਹੈ, ਤਾਂ ਉਹਦੇ ਲਈ